ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ। ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਣੈ ਕੀਤੀ ਜਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਂ ਜਨ ਮੋਹ ਮਿਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਲਤ ਪਲਤ ਸਵਾਰ ਦੇਨਹਾਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ। ਅਤ ਸਤਿਕਾਰਯੋਗ ਸਤਸੰਗੀ ਜਨੋ ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਰਲ ਮਿਲ ਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ। ਉਪਰੰਤ ਹਰ ਰੋਜ਼ ਦੀ ਤਰ੍ਹਾਂ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਆਨੰਦ ਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸੋ ਅੱਜ ਦਾ ਜੋ ਬੰਦ 10ਵਾਂ ਬੰਦ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜੋ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ ਤੇ ਪਾਵਨ ਵਿਚਾਰ ਨੂੰ ਆਪਾਂ ਨੇ ਰਲ ਮਿਲ ਕੇ ਸਮਝਣ ਦਾ ਯਤਨ ਕਰਨਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਅਗਲੇਰੀਆਂ ਹੋਰ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਜੀ। ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਇੱਕੇ ਵਾਰ ਕਹਿਣ ਤੇ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਇਸ ਪਾਵਨ ਪਦ ਦੇ ਅੰਦਰ ਜੋ ਗੱਲ ਸਾਨੂੰ ਸਮਝਾਉਣਾ ਕਰਦੇ ਨੇ ਨਾ, ਦੁਨੀਆ ਦੇ ਅੰਦਰ ਜਿੰਨੇ ਵੀ ਬੰਦਾ ਤੌਰ ਤਰੀਕੇ ਉਸ ਪ੍ਰਮਾਤਮਾ ਨੂੰ ਲੱਭਣ ਦੇ, ਉਹਨੂੰ ਪ੍ਰਾਪਤ ਕਰਨ ਦੇ ਜਿੰਨੇ ਵੀ ਯਤਨ ਕਰਦਾ ਹੈ, ਜਿੰਨੇ ਵੀ ਯਤਨ, ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਤਰੀਕਿਆਂ ਦੇ ਨਾਲ ਰੱਬ ਪ੍ਰਾਪਤ ਨਹੀਂ ਹੋ ਸਕਦਾ। ਕਿਉਂਕਿ ਬੜੇ ਤਰੀਕੇ ਅਪਣਾਏ ਬੰਦੇ ਨੇ ਸੰਸਾਰ ਦੇ ਵਿੱਚ। ਇੱਥੇ ਪੁਜਾਰੀ ਵਰਗ ਵੱਲੋਂ ਬੜੇ ਹੀ ਅਨੇਕਾਂ ਜਪ ਤਪ ਵਰਤ ਪੂਜਾਵਾਂ ਕਰ ਕਰਕੇ ਇੱਥੇ ਬੜਾ ਜ਼ੋਰ ਲਾਇਆ ਕਿ ਰੱਬ ਪਤਾ ਖੌਰੇ ਆਹ ਤਰੀਕਿਆਂ ਦੇ ਨਾਲ ਮਿਲ ਜਾਵੇ। ਸਤਿਗੁਰੂ ਜੀ ਕਹਿੰਦੇ ਇਹ ਤਰੀਕੇ ਨਹੀਂ ਨੇ, ਇਹ ਤੇਰੀਆਂ ਚਲਾਕੀਆਂ ਨੇ। ਅੱਜ ਦਾ ਪਾਵਨ ਉਪਦੇਸ਼ ਇਹ ਮਨ ਚੰਚਲਾ, ਇਹ ਚੰਚਲ ਮਨ, ਇਹ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ। ਚਤੁਰਾਈ ਦੇ ਨਾਲ ਪਾਇਆ ਨਹੀਂ। ਹੁਣ ਇੱਕ ਗੱਲ ਦਾ ਗੌਰ ਕਰਿਓ ਕਿ ਚਤੁਰਾਈ ਹੈ ਕੀ, ਚਤੁਰਾਈ ਹੈ ਕਿ ਅਸੀਂ ਬਹੁਤੀ ਵਾਰ ਰਲਗੱਡ ਕਰਦੇ ਹਾਂ ਚਤੁਰਾਈ ਦੀ ਅਤੇ ਸਿਆਣਪ ਦੀ। ਅਸੀਂ ਸਿਆਣਪ ਦੀ ਅਤੇ ਚਤੁਰਾਈ ਨੂੰ ਮਿਲਾ ਕੇ ਵੇਖਦੇ ਹਾਂ। ਅਤੇ ਆਪਾਂ ਜਦੋਂ ਪਾਵਨ ਉਪਦੇਸ਼ ਪੜ੍ਹਦੇ ਹਾਂ ਨਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਤਿਗੁਰੂ ਜੀ ਕਹਿੰਦੇ ਭਾਵੇਂ ਤੇਰੀਆਂ ਜਿੰਨੀਆਂ ਸਿਆਣਪਾਂ ਹੋਣ ਕਿਸੇ ਨੇ ਕੰਮ ਨਹੀਂ ਆਉਣਾ। ਅਸਲ ਦੇ ਵਿੱਚ ਉੱਥੇ ਸਿਆਣਪ ਦਾ ਅਰਥ ਉਹ ਨਹੀਂ ਹੈ। ਸਹਿਸ ਸਿਆਣਪਾਂ ਅਰਥ ਮਤਲਬ ਉੱਥੇ ਸਿਆਣਪ ਦਾ ਅਰਥ ਨਹੀਂ ਹੈ, ਉੱਥੇ ਚਲਾਕੀਆਂ ਨੇ। ਅਤੇ ਹੁਣ
ਗੱਲ ਸਮਝਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਿਆਣੇ ਬਣਾਉਂਦੀ ਹੈ ਜਾਂ ਅਣਜਾਣ ਬਣਾਉਂਦੀ ਹੈ? ਸਿਆਣੇ ਬਣਾਉਂਦੀ ਹੈ ਨਾ। ਸਤਿਗੁਰੂ ਜੀ ਸਾਨੂੰ ਸਿਆਣੇ ਬਣਾਉਂਦੇ ਨੇ। ਸਿਆਣੇ ਵੀ ਉਸ ਪੱਧਰ 'ਤੇ ਬਣਾਉਂਦੇ ਨੇ ਜਿੱਥੇ ਜਾ ਕੇ ਸਤਿਗੁਰੂ ਜੀ ਉਹਨਾਂ ਨੂੰ ਵਿਵੇਕ ਬੁੱਧ ਦਾ ਨਾਮ ਦੇ ਦਿੱਤਾ। ਇੰਨੇ ਸਿਆਣੇ ਕਰਦੇ ਨੇ, ਬਹੁਤ ਜ਼ਿਆਦਾ ਸਿਆਣੇ। ਸਤਿਗੁਰੂ ਜੀ ਦੀ ਬਾਣੀ ਸਾਨੂੰ ਜ਼ਿਆਦਾ ਸਿਆਣੇ ਕਰਦੀ ਹੈ, ਬਹੁਤ ਜ਼ਿਆਦਾ ਸਿਆਣੇ। ਕਿ ਭਾਈ ਸਿਆਣਾ ਬਣ ਤੂੰ। ਦੇਖ, ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਹੈ, ਤੂੰ ਤਰੀਕਾ ਸਿੱਖ, ਸਿਆਣਾ ਬਣ। ਜਿਹੜੇ ਕੰਮਾਂ ਵਿੱਚ ਪਿਆ ਹੋਇਆ ਹੈ, ਕੰਮ ਤੇਰੇ ਆਉਣ ਵਾਲੇ ਨਹੀਂ। ਸਿਆਣਾ ਬਣ, ਸਿਆਣਾ ਬਣ ਕੇ ਤੈਨੂੰ ਕੰਮ ਜਿਹੜਾ ਹੈ ਕਰਨਾ ਆਵੇਗਾ। ਹੁਣ ਕਿਸੇ ਨੇ ਕੋਈ ਮਰਜ਼ੀ ਕੰਮ ਸਿੱਖਣਾ ਹੋਵੇ, ਬੰਦਾ ਧਿਆਨ ਨਾ ਦੇਵੇ, ਸਿੱਖਿਆ ਥੋੜ੍ਹੀ ਜਾ ਸਕਦਾ ਹੈ। ਸਿਆਣਾ ਬਣ ਕੇ ਸਿੱਖਿਆ ਜਾ ਸਕਦਾ ਹੈ। ਸਿਆਣਪ ਹੈ, ਸਤਿਗੁਰੂ ਜੀ ਸਿਆਣਪ ਦਿੰਦੇ ਨੇ, ਸਿਆਣਪਾਂ ਦਿੰਦੇ ਨੇ। ਅਤੇ ਸਹਿਸ ਸਿਆਣਪਾਂ ਲੱਖ ਹੋਏ ਦਾ ਅਰਥ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਭਾਵੇਂ ਤੇਰੀਆਂ ਜਿੰਨੀਆਂ ਮਰਜ਼ੀ ਚਲਾਕੀਆਂ ਹੋਣ, ਨਾਲ ਨਹੀਂ ਜਾਣ ਵਾਲੀਆਂ। ਕਿਉਂਕਿ ਉਹ ਸਾਰਾ ਕਨਸੈਪਟ ਵੇਖਿਓ, ਜਦੋਂ ਸਤਿਗੁਰੂ ਜੀ ਉੱਤੋਂ ਚੱਲਦੇ ਨੇ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਨਹਾਉਣ ਦੇ ਨਾਲ, ਸੁਚਮਤਾ ਦੇ ਨਾਲ, ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਜ ਸਿਆਣਪਾਂ ਲੱਖ। ਉਹ ਕਨਸੈਪਟ ਉਹਨਾਂ ਕਰਮ ਕਾਂਡਾਂ ਦੇ ਉੱਤੇ ਹੈ ਜਿਹੜੇ ਇੱਥੇ ਸੰਸਾਰ ਦੇ ਵਿੱਚ ਫੈਲੇ ਹੋਏ ਸਨ। ਸੁਚਮਤਾ, ਨਹਾਉਣ ਨੂੰ ਇੱਥੇ ਧਰਮ ਮੰਨਿਆ ਜਾਂਦਾ ਸੀ। ਮੌਨ ਧਾਰਨ, ਚੁੱਪ ਰਹਿਣ ਵਾਲੇ ਨੂੰ ਇੱਥੇ ਧਰਮੀ ਮੰਨਿਆ ਜਾਂਦਾ ਸੀ। ਅਤੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਤਿਗੁਰੂ ਜੀ ਕਹਿੰਦੇ ਭਾਵੇਂ ਜਿੰਨੀ ਮਰਜ਼ੀ ਜ਼ੁਬਾਨ ਬੰਦ ਰੱਖ ਲੈ, ਪਰ ਤੇਰੀ ਭੁੱਖ ਹੈ ਜਿਹੜੀ ਮਨ ਦੀ ਨਿਕਲ ਨਹੀਂ ਸਕਦੀ। ਇਹੋ ਜਿਹੀਆਂ ਚਤਰਾਈਆਂ ਜਿਹੜੀਆਂ ਨੇ ਨਾ, ਤੀਰਥਾਂ 'ਤੇ ਨਹਾਉਣ ਵਾਲੀਆਂ, ਜ਼ੁਬਾਨ ਬੰਦ ਕਰਕੇ ਰੱਖਣ ਵਾਲੀਆਂ, ਇਹ ਚਤਰਾਈਆਂ ਨੇ ਜਿਹੜੀਆਂ, ਇਹਨਾਂ ਨਾਲ ਰੱਬ ਥੋੜ੍ਹੀ ਪਾਇਆ ਜਾ ਸਕਦਾ ਹੈ। ਰੱਬ ਨਹੀਂ ਤੈਨੂੰ ਮਿਲ ਜਾਣਾ ਇਹਨਾਂ ਗੱਲਾਂ ਦੇ ਨਾਲ, ਤੈਨੂੰ ਰੱਬ ਨਹੀਂ ਮਿਲ ਜਾਣਾ। ਤਾਂ ਹੀ ਤਾਂ ਇੱਥੇ ਜਦੋਂ ਰੱਬ ਨੂੰ ਪਾਉਣ ਦੇ ਲਈ ਬੜੇ ਤਰੀਕੇ ਅਪਣਾਏ ਗਏ, ਖੌਰੇ ਇਹਨਾਂ ਤਰੀਕਿਆਂ ਦੇ ਨਾਲ ਰੱਬ ਮਿਲ ਜਾਵੇ। ਹੁਣ ਬੰਦਾ ਕਿਸ ਰੱਬ ਨੂੰ ਪਾਉਣ ਵਾਸਤੇ ਦੁਨਿਆਵੀ ਕੰਮ ਕਰਦਾ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੀ ਬਾਣੀ ਉਹ ਕਹਿੰਦੀ ਭਾਈ ਤੇਰੇ ਦੁਨਿਆਵੀ ਕੰਮ ਨੇ, ਕਰਮ ਕਾਂਡ ਨੇ, ਜਿੰਨੇ ਵਰਤ ਪੂਜਾ ਨੇ, ਜਿੰਨੇ ਪਾਠ ਨੇ, ਇਹ ਕੰਮ ਆਉਣ ਵਾਲੇ ਨੇ ਜੇ ਤੇਰੇ ਮਨ ਵਿੱਚ ਸੱਚਾ ਭਾਵ ਨਹੀਂ ਹੈ, ਜੇ ਤੇਰਾ ਮਨ ਹੀ ਪਵਿੱਤਰ ਨਹੀਂ ਹੈ। ਦੁਨੀਆ ਦੇ ਭਾਵੇਂ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਜਿੰਨੇ ਮਰਜ਼ੀ ਧਾਰਮਿਕ ਲਿਬਾਸ ਪਾ ਲੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਵੇਂ ਥੋੜ੍ਹੀ ਕਿਹਾ ਸੀ। ਉਹ ਸਤਿਗੁਰੂ ਜੀ ਕਰਦੇ ਨੇ ਨਾ ਗੱਲ ਕਿ ਇੱਥੇ ਤੂੰ ਬੜੇ ਲੋਕਾਂ ਨੂੰ ਭੁਲੇਖਿਆਂ ਵਿੱਚ ਪਾਇਆ ਹੋਇਆ ਹੈ। ਤੂੰ ਝੂਠ ਵੀ ਜੇ ਬੋਲਣਾ ਹੋਵੇ ਨਾ, ਲੋਕਾਂ ਨੂੰ ਲੱਗਦਾ ਹੈ ਕਿ ਬੜਾ ਧਰਮੀ ਬੰਦਾ, ਇਹ ਹਮੇਸ਼ਾ ਸੱਚ ਬੋਲਦਾ ਹੈ। ਇੰਨਾ ਭੁਲੇਖਾ ਵੱਡਾ ਹੈ ਤੇਰਾ, ਬੜਾ ਵੱਡਾ ਭਰਮ ਪਾਇਆ ਹੋਇਆ ਤੇਰਾ ਦਾ। ਜੇ ਤੂੰ ਝੂਠ ਵੀ ਬੋਲ ਜਾਵੇਂ ਨਾ, ਲੋਕ ਸੱਚ ਕਰਕੇ ਮੰਨ ਲੈਂਦੇ ਨੇ, ਸੱਚ ਮੰਨ ਲੈਂਦੇ ਨੇ ਤੇਰੀ ਗੱਲ ਨੂੰ। ਅਤੇ ਸਤਿਗੁਰੂ ਜੀ ਨੇ ਤਾਂ ਹੀ ਕਿਹਾ ਸੀ, ਪੜ੍ਹ ਪੁਸਤਕ ਸੰਧਿਆ ਬਾਦੰ ਸੈਲਪੂਚਸ ਬਗਲ ਸਮਾਦੰ। ਕਹਿੰਦੇ ਤੂੰ ਧਾਰਮਿਕ ਪੁਸਤਕਾਂ ਪੜ੍ਹ ਕੇ ਅਤੇ ਹੋਰਨਾਂ ਨਾਲ ਚਰਚਾ ਛੇੜਦਾ। ਪੜ੍ਹ ਪੁਸਤਕ ਸੰਧਿਆ ਬਾਦੰ, ਪੜ੍ਹਦਾ ਹੈ, ਵਿਚਾਰਦਾ ਹੈ ਅਤੇ ਕਿਸੇ ਦੇ ਨਾਲ ਗੱਲਾਂ ਵੀ ਕਰਦਾ ਹੈ, ਉਹਨਾਂ ਦੀ ਵਿਚਾਰ ਚਰਚਾ ਵੀ ਰੱਖਦਾ। ਤੈਨੂੰ ਐ ਖਰੇ ਲੋਕ ਕਹਿਣ ਕਿ ਆਹ ਬੰਦਾ ਬੜਾ ਧਰਮੀ ਹੈ, ਬੜਾ ਇਹਨੂੰ ਗਿਆਨ ਹੈ। ਸਤਿਗੁਰੂ ਜੀ ਕਹਿੰਦੇ ਤੇਰੀਆਂ ਚਤਰਾਈਆਂ ਨੇ, ਇਹ ਲੋਕਾਂ ਨੂੰ ਭੁਲੇਖਿਆਂ ਵਿੱਚ ਪਾਉਣਾ ਹੈ ਤੂੰ। ਅੰਦਰੋਂ ਤਾਂ ਤੇਰੇ ਅੰਦਰ ਲਾਲਚਾ ਹੈ, ਤੇਰੇ ਅੰਦਰ ਲਾਲਸਾ ਹੈ ਲੋਕਾਂ ਦੀ ਵਾਹ ਖੱਟਣ ਦੀ। ਤੈਨੂੰ ਇਹ ਲੋਕ ਮੈਨੂੰ ਸਿਆਣਾ ਕਹਿਣ, ਮੈਨੂੰ ਵਿਦਵਾਨ ਕਹਿਣ। ਪੜ੍ਹ ਪੁਸਤਕ ਸੰਧਿਆ ਬਾਦੰ ਸਲਪੂਜਸ ਬਗਲ ਸਮਾਦੰ। ਕਹਿੰਦੇ ਪੱਥਰ ਦੀ ਮੂਰਤੀ ਪੂਜਦਾ ਹੈ। ਪੂਜਦਾ ਪਤਾ ਕਿਵੇਂ ਹੈ? ਪੂਜਦਾ ਕਿਵੇਂ ਹੈ? ਬਗਲੇ ਦੀ ਤਰ੍ਹਾਂ, ਬਗਲੇ ਦੀ ਤਰ੍ਹਾਂ ਪੂਜਦਾ ਹੈ ਤੂੰ। ਪੂਜਦਾ ਮੂਰਤੀ ਹੈ, ਰੱਬ ਨੂੰ ਆਰਾਧਨ ਦਾ ਯਤਨ ਕਰਦਾ ਹੈ, ਪਰ ਪੂਜਦਾ ਤੂੰ ਬਗਲੇ ਦੀ ਤਰ੍ਹਾਂ ਹੈ। ਹੁਣ ਤੁਸੀਂ ਵੇਖਿਆ ਹੋਊਗਾ ਜਾਂ ਗੱਲਾਂ ਸੁਣੀਆਂ ਹੋਣਗੀਆਂ, ਇੱਕ ਹੰਸ ਹੁੰਦਾ ਹੈ ਅਤੇ ਇੱਕ ਬਗਲਾ। ਕਹਿੰਦੇ ਜਿਹੜਾ ਬਗਲਾ ਹੈ ਬਿਲਕੁਲ ਹੰਸ ਦੀ ਤਰ੍ਹਾਂ ਲੱਗਦਾ ਹੈ, ਕੋਈ ਵੀ ਉਹਨਾਂ ਦੇ ਵਿੱਚ ਭੁਲੇਖਾ ਨਹੀਂ ਹੈ। ਉਹ ਵੀ ਚਿੱਟੇ ਪਹਿਨੇ ਹੋਏ ਨੇ ਕੱਪੜੇ, ਉਹਦਾ ਵੀ ਲਿਬਾਸ ਚਿੱਟਾ ਹੈ ਅਤੇ ਹੰਸ ਦਾ ਵੀ ਚਿੱਟਾ ਹੈ, ਪਰ ਫਰਕ ਬੜਾ ਵੱਡਾ ਹੈ ਇਹਨਾਂ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਫਰਕ ਬਹੁਤ ਵੱਡਾ ਹੈ ਇਹਨਾਂ ਦੇ ਵਿੱਚ। ਕਹਿੰਦੇ ਹਰੇਕ ਆਪੋ ਆਪਣੇ ਹਿਸਾਬ ਦੇ ਨਾਲ ਜਾਂਦਾ ਹੈ, ਹਰੇਕ ਆਪੋ ਆਪਣੇ ਹਿਸਾਬ ਦੇ ਨਾਲ। ਸਤਿਗੁਰੂ ਜੀ ਕਹਿੰਦੇ
ਜਿਹੜਾ ਹੰਸ ਹੈ ਉਹ ਵੀ ਮਾਨ ਸਰੋਵਰ 'ਤੇ ਜਾਂਦਾ ਹੈ। ਮਾਨ ਸਰੋਵਰ 'ਤੇ ਜਾਂਦਾ ਹੈ, ਪਰ ਉਹਨੇ ਕਰਨਾ ਕੀ ਹੈ? ਉਹਨੇ ਹੀਰੇ ਮੋਤੀ ਚੁਗਣੇ ਨੇ। ਹੰਸ ਦਾ ਕੰਮ ਇਹ ਹੈ, ਉਹਨੇ ਖਾਣ ਵਾਸਤੇ ਚੰਗੀ ਚੀਜ਼ ਹੰਸ ਮੋਤੀ ਚੁਗਣੇ ਨੇ। ਅਤੇ ਹੁਣ ਜਿਹੜਾ ਕਹਿੰਦੇ ਬਗਲਾ ਹੈ, ਉਹਦਾ ਕੰਮ ਹੀ ਡੱਡੀਆਂ ਮੱਛੀਆਂ ਲੱਭਣਾ। ਉਹ ਭਾਵੇਂ ਸਰੋਵਰ 'ਤੇ ਚਲਿਆ ਜਾਵੇ ਵੱਡੇ 'ਤੇ, ਭਾਵੇਂ ਉਹ ਛੱਪੜ 'ਤੇ ਰਹਿਣ ਵਾਲਾ ਇੱਕ ਦਿਨ ਸਰੋਵਰ 'ਤੇ ਚਲਿਆ ਜਾਵੇ, ਪਰ ਉਹ ਲੋਕਾਂ ਦੇ ਤਾਂ ਭੁਲੇਖੇ ਇਹ ਲੱਗਣਾ ਹੈ ਕਿ ਕਿਤੇ ਬਦਲ ਗਿਆ, ਇਹ ਤਾਂ ਸਰੋਵਰ 'ਤੇ ਜਾਣ ਲੱਗ ਪਿਆ, ਹੁਣ ਬਦਲ ਗਿਆ। ਅਤੇ ਪਰ ਕੀ ਲੋਕ ਜਾਣਨ, ਇਹ ਤਾਂ ਉੱਥੇ ਵੀ ਮੱਛੀਆਂ ਡੱਡੀਆਂ ਪਾਲਣ ਜਾਂਦਾ ਏ। ਫਰਕ ਥੋੜ੍ਹੀ ਪੈਣਾ ਸਥਾਨ ਬਦਲਣ ਦੇ ਨਾਲ, ਅਸਥਾਨ ਬਦਲਣ ਦੇ ਨਾਲ ਫਰਕ ਥੋੜ੍ਹੀ ਪੈਣਾ ਏ। ਬਗਲੇ ਦੀ ਤਰ੍ਹਾਂ ਜਿਹੜਾ ਹੈ ਬਾਹਰੋਂ ਬਗਲਾ, ਭਾਵ ਇਹ ਨਹੀਂ ਕਿ ਉਹ ਬਗਲੇ ਦੀ ਅਤੇ ਹੰਸ ਦੀ ਗੱਲ ਕਰ ਰਹੇ ਨੇ। ਬਗਲੇ ਨੇ ਤਾਂ ਮੱਛੀਆਂ ਪਾਲਣੀਆਂ ਹੀ ਨੇ, ਉਹਦਾ ਖਾਣ ਹੀ ਉਹ ਹੈ, ਉਹਨੇ ਬਦਲ ਥੋੜ੍ਹੀ ਜਾਣਾ। ਪਰ ਗੱਲ ਬੰਦੇ ਦੀ ਕਰ ਰਹੇ ਨੇ, ਕਹਿੰਦੇ ਬਗਲੇ ਦੀ ਤਰ੍ਹਾਂ ਹੈ। ਤਾਂ ਉਹ ਤਾਂ ਦ੍ਰਿਸ਼ਟਾਂਤ ਦਿੱਤਾ ਹੈ ਸਤਿਗੁਰੂ ਜੀ ਨੇ, ਕਹਿੰਦੇ ਵੇਖ ਬਗਲੇ ਦੀ ਤਰ੍ਹਾਂ ਹੈ। ਬਗਲੇ ਦੀ ਗੱਲ ਹੋਰ ਸਤਿਗੁਰੂ ਜੀ ਕਰਦੇ ਨੇ, ਖੋਲ੍ਹ ਕੇ ਦੱਸਦੇ ਨੇ। ਜਦੋਂ ਪੜ੍ਹਾਂਗੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਰਾਮਕਲੀ ਰਾਗ ਦੇ ਅੰਦਰ, ਸਤਿਗੁਰੂ ਜੀ ਕਹਿੰਦੇ ਜੇ ਕਿਤੇ ਬਗਲਾ ਹੰਸਾਂ ਵਿੱਚ ਵੀ ਬੈਠ ਜਾਵੇ ਨਾ ਜਾ ਕੇ, ਜਿੱਥੇ ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਜਨ ਹੋਣ, ਜਿੱਥੇ ਅਕਾਲ ਪੁਰਖ ਪਰਮਾਤਮਾ ਨੂੰ ਆਰਾਧਨ ਵਾਲੇ ਹੋਣ, ਉਹਨਾਂ ਦੇ ਵਿੱਚ ਜੇ ਬਗਲਾ ਬੈਠ ਜਾਵੇ ਜਾ ਕੇ, ਲੋਕਾਂ ਨੂੰ ਤਾਂ ਲੱਗੇਗਾ ਕਿ ਸਾਰੇ ਹੰਸ ਹੀ ਬੈਠੇ ਨੇ। ਪਰ ਹੰਸਾਂ ਦੇ ਵਿੱਚ ਬੈਠ ਕੇ ਬਗਲਾ ਕਦੇ ਹੰਸ ਨਹੀਂ ਬਣ ਜਾਂਦਾ ਹੁੰਦਾ, ਉਹਨੇ ਕਦੇ ਹੰਸ ਥੋੜ੍ਹੀ ਬਣ ਜਾਣਾ। ਜਿਹੜੇ ਬੰਦੇ ਨੇ ਕਦੇ ਕੋਈ ਚੰਗੀ ਸੋਚ ਧਾਰਨ ਹੀ ਨਹੀਂ ਕੀਤੀ, ਜਿਹੜੇ ਦੀ ਮੱਤ ਹੀ ਮਾੜੀ ਹੈ, ਉਹ ਭਾਵੇਂ ਜਿੰਨੇ ਧਾਰਮਿਕ ਸਥਾਨਾਂ 'ਤੇ ਮਰਜ਼ੀ ਜਾ ਆਵੇ, ਜਿੱਥੇ ਮਰਜ਼ੀ ਜਾਵੇ, ਜਿਹਦੀ ਸੋਚ ਹੀ ਚੰਗੀ ਨਹੀਂ, ਉਹ ਗੁਰਦੁਆਰੇ ਆ ਕੇ ਵੀ, ਧਾਰਮਿਕ ਸਥਾਨ 'ਤੇ ਜਾ ਕੇ ਵੀ ਉਹ ਜਿਹਾ ਕੰਮ ਹੀ ਕਰੇਗਾ। ਉਹਨੂੰ ਇਹ ਥੋੜ੍ਹੀ ਕਹਿ ਦਾਂਗੇ ਕਿ ਬਦਲ ਗਿਆ, ਵੀ ਧਰਮੀ ਬੰਦਾ ਬਣ ਗਿਆ। ਗੱਲ ਤਾਂ ਮਨ ਬਦਲਣ ਦੀ ਹੈ, ਮਨ ਬਦਲ ਜਾਵੇ ਗੱਲ ਤਾਂ ਫੇਰ ਹੈ। ਧਾਰਮਿਕ ਸਥਾਨ 'ਤੇ ਆਉਣ ਦਾ ਫਾਇਦਾ ਵੀ ਤਾਂ ਹੀ ਹੈ ਨਾ ਗੁਰਦੁਆਰੇ, ਜੇ ਮਨ ਸਾਡਾ ਗੁਰੂ ਨਾਲ ਜੁੜਿਆ ਹੋਵੇ। ਅਤੇ ਸਤਿਗੁਰੂ ਜੀ ਕਹਿੰਦੇ ਹੰਸਾਂ ਵਿੱਚ ਬੈਠਾ, ਹੰਸਾਂ ਦੇ ਵਿੱਚ ਬੈਠਾ ਹੋਇਆ ਬਗਲਾ, ਹੰਸਾਂ ਵਿੱਚ ਬੈਠਾ ਬੱਗ ਨਾ ਬਣੇ। ਬਗਲਾ ਜਿਹੜਾ ਹੰਸਾਂ ਵਿੱਚ ਬੈਠਾ ਹੈ, ਹੰਸ ਨਹੀਂ ਬਣਦਾ। ਨਿੱਤ ਬੈਠਾ ਮੱਛੀ ਨੂੰ ਤਾਰ ਲਾਵੇ, ਕਹਿੰਦੇ ਉਹ ਬੈਠਾ ਹੋਇਆ ਵੀ ਮੱਛੀ ਨੂੰ ਫੜਨ ਦੀ ਤਾੜੀ ਲਾਈ ਬੈਠਾ, ਮੱਛੀ ਨੂੰ ਫੜਨ ਦੇ ਲਈ, ਮੱਛੀ ਨੂੰ ਫੜਨ ਦੇ ਲਈ ਉਹਦੀ ਤਾੜ ਲਾਈ ਹੋਈ ਹੈ। ਉਹ ਵੇਖ ਰਿਹਾ ਹੈ ਕਿ ਕਿਤੇ ਮੱਛੀ ਆਵੇ, ਕਿਉਂਕਿ ਪਤਾ ਕੀ ਹੈ, ਬਗਲੇ ਦੀ ਇੱਕ ਆਦਤ ਹੈ, ਉਹਨੇ ਬੈਠਣਾ ਵੀ ਹੈ ਨਾ ਜੇ ਪਾਣੀ ਦੇ ਵਿੱਚ, ਜੇ ਉਹ ਖੜਦਾ ਵੀ ਹੈ ਲੱਤਾਂ 'ਤੇ, ਉਹ ਅੱਖਾਂ ਬੰਦ ਕਰ ਲੈਂਦਾ ਹੈ। ਅੱਖਾਂ ਬੰਦ ਕਰਕੇ ਚਿੱਟਾ ਲਿਬਾਸ ਹੈ, ਅਤੇ ਵੇਖਣ ਵਾਲਿਆਂ ਨੂੰ ਲੱਗਦਾ ਹੈ ਬੜਾ ਧਰਮੀ ਹੈ। ਹੁਣ ਜਿਹੜੇ ਜਾਨਵਰ ਨੇ ਉਹਨਾਂ ਨੂੰ ਇਹ ਅੱਖਾਂ ਬੰਦ ਹੈ, ਇਹਦਾ ਕਿਹੜਾ ਪਤਾ ਪਰਤਾਰ ਲਾ ਕੇ ਬੈਠਾ ਹੋਇਆ ਕਿ ਕੋਈ ਆਵੇ ਫੜ ਲੈਣਾ। ਅਤੇ ਇਸ ਗੱਲ ਨੂੰ ਸਮਝਿਓ, ਸਾਡੇ ਸਿੱਖ ਜਗਤ ਦੇ ਅੰਦਰ, ਦੁਨੀਆ ਦੇ ਵਿੱਚ ਵੀ ਇਹ ਗੱਲ ਜਿਹੜੀ ਸਤਿਗੁਰੂ ਜੀ ਗੱਲ ਕਰ ਰਹੇ ਨੇ ਤਾਂ ਕੀਤੀ ਹੈ। ਜੇ ਇਵੇਂ ਦੇ ਹੈ ਨੇ ਲੋਕ, ਜੇ ਇੱਥੇ ਬਗਲਿਆਂ ਵਰਗੇ ਬਹੁਤ ਨੇ ਜਿਹੜੇ ਅੱਖਾਂ ਬੰਦ ਕਰਕੇ ਚਿੱਟੇ ਲਿਬਾਸ ਪਾ ਕੇ ਦੇਖਣ 'ਚ ਲੱਗਦੇ ਨੇ ਬੜੇ ਧਰਮੀ ਨੇ, ਬੜੇ ਰੱਬ ਦੇ ਨਾਲ ਜੁੜੇ ਹੋਏ ਨੇ। ਜਦੋਂ ਗੁਰਬਾਣੀ ਪੜ੍ਹੀ ਜਾਂਦੀ, ਜਦੋਂ ਕੀਰਤਨ ਹੁੰਦਾ, ਅੱਖਾਂ ਬੰਦ ਕਰਕੇ ਸਿਰ ਹਿਲਾਉਣਾ ਸ਼ੁਰੂ, ਬੜਾ ਧਰਮੀ ਬੰਦਾ ਹੈ। ਭੁਲੇਖੇ ਬੜੇ ਨੇ, ਅਤੇ ਬੜੇ ਭੁਲੇਖੇ ਪਾਉਣ ਵਾਲੇ ਨੇ। ਅਗਲਿਆਂ ਨੂੰ ਲੱਗਦਾ ਠੀਕ ਹੈ, ਸਾਰਿਆਂ ਨੂੰ ਨਹੀਂ ਕਿਹਾ ਜਾ ਸਕਦਾ, ਹੋ ਵੀ ਸਕਦੇ ਨੇ, ਪਾਵਨ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ ਵੀ ਸਕਦੇ ਨੇ, ਪਰ ਉਹਨਾਂ ਦੀ ਜਿਹੜੀ ਚਾਲ ਹੈ, ਉਹਨਾਂ ਦੀ ਸੁਰਤ ਬੁੱਧ, ਉਹਨਾਂ ਦੀ ਵੇਖਣੀ ਕੁਝ ਹੋਰ ਹੁੰਦੀ ਹੈ, ਜਿਹੜੇ ਸਿਆਣੇ ਨੇ। ਪਰ ਜਿਹੜਾ ਵਿਖਾਵਾ ਕਰਦਾ ਹੈ ਨਾ ਕਿ ਰੱਬ ਮੈਨੂੰ ਮਿਲਿਆ, ਚਤਰਾਈ ਕਰਦਾ, ਲੋਕਾਂ ਨੂੰ ਬੇਵਕੂਫ ਬਣਾਉਣ ਨੂੰ ਗੱਲਾਂ ਕਰਦਾ, ਮੂਰਖ ਬਣਾਉਣ ਦੀਆਂ, ਉਹਦਾ ਆਟੋਮੈਟਿਕ ਪਤਾ ਲੱਗ ਜਾਂਦਾ। ਕਦੇ ਆਹ ਉਪਦੇਸ਼ ਪੜ੍ਹਦੇ ਹੋ ਸਤਿਗੁਰੂ ਜੀ ਦਾ, ਜਿਹੜੇ ਨੇ ਕਦੇ ਮਾਇਆ ਛੱਡੀ ਨਹੀਂ, ਜਿਹੜੇ ਨੇ ਲਾਲਚ ਛੱਡਿਆ ਨਹੀਂ, ਜਿਹੜਾ ਪੈਸੇ ਪਿੱਛੇ ਭੱਜਦਾ ਦੌੜਦਾ ਫਿਰਦਾ, ਕਿ ਇੱਧਰੋਂ ਵੀ ਮਿਲੇ ਇੱਧਰੋਂ ਵੀ, ਬੜੇ ਤਰੀਕੇ ਅਪਣਾਉਂਦਾ ਹੈ, ਉਹਦਾ ਰੱਬ ਦੇ ਨਾਲ ਕੋਈ ਵਾਸਤਾ ਨਹੀਂ, ਉਹਨੂੰ ਸਿਰਫ ਮਾਇਆ ਚੰਗੀ ਲੱਗਦੀ ਹੈ। ਸਤਿਗੁਰੂ ਜੀ ਕਹਿੰਦੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੇ, ਨਿੱਤ ਬੈਠਾ ਮੱਛੀ ਨੂੰ ਤਾਰ ਲਾਵੇ। ਜਾਂ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾ ਜੋੜ ਕਦੇ ਨਾ ਆਵੇ। ਕਹਿੰਦੇ ਜੇ ਕਦੇ ਹੰਸ ਮਿਲ ਕੇ ਵਿਚਾਰ ਵਟਾਂਦਰਾ ਵੀ ਕਰਨਾ, ਪਰ ਜਿਹੜਾ ਬਗਲਾ ਹੈ ਉਹਦੀ ਵਿਚਾਰ ਦਾ ਕਦੇ ਉਹਨਾਂ ਦੇ ਨਾਲ ਮੇਲ ਹੋ ਹੀ ਨਹੀਂ ਸਕਦਾ। ਉਹਦੀ ਜਿਹੜੀ ਜ਼ੁਬਾਨ ਹੈ ਉਹਦੀ ਹੋਵੇਗੀ ਉਵੇਂ ਦੀ, ਉਹਦੀ ਜ਼ੁਬਾਨ ਕਦੇ ਮਿਲ ਹੀ ਨਹੀਂ ਸਕਦੀ। ਜਿੱਥੇ ਗੁਰਬਾਣੀ ਦੀ ਵਿਆਖਿਆ ਹੁੰਦੀ ਹੋਵੇ, ਗੁਰਬਾਣੀ ਦੀ ਗੱਲ ਕਰਦੇ ਹੋਈਏ, ਉੱਥੇ ਬਗਲਿਆਂ ਦੀਆਂ ਗੱਲਾਂ ਜਿਹੜੀਆਂ ਉਹ ਠੀਕ ਥੋੜ੍ਹੀ ਬੈਠਣਗੀਆਂ। ਬਗਲੇ ਦੀ ਗੱਲ ਕਦੇ ਰਲ ਹੀ ਨਹੀਂ ਸਕਦੀ।
ਬਗਲਿਆਂ ਦੀ ਗੱਲ ਜਿਹੜੇ ਸਿਰਫ ਵਿਖਾਵੇ ਤੌਰ 'ਤੇ ਨੇ, ਜਿਹੜੇ ਹਮੇਸ਼ਾ ਸ਼ਿਕਾਰ ਦੀ ਭਾਲ ਦੇ ਵਿੱਚ ਨੇ, ਜਿਹੜੇ ਲੱਭਣ ਹੀ ਮੱਛੀਆਂ ਡੱਡੀਆਂ ਆਉਂਦੇ ਨੇ, ਜਿਹੜੇ ਕਰਨੀ ਕੰਮ ਮਾੜੇ ਆਉਂਦੇ ਨੇ, ਉਹਨਾਂ ਦੀ ਵਿਚਾਰ ਕਦੇ ਰਲ ਥੋੜ੍ਹੀ ਸਕਦੀ ਹੈ। ਉਹਨਾਂ ਦੇ ਵਿਚਾਰ ਉਵੇਂ ਦੀ, ਉਹ ਤਾਂ ਗੁਰਦੁਆਰੇ ਆ ਕੇ ਵੀ ਗੱਲਾਂ ਉਵੇਂ ਦੀ ਕਰਨਗੇ, ਭਾਵੇਂ ਜਿੰਨਾ ਮਰਜ਼ੀ ਆਪਾਂ ਕਿਤੇ ਗੁਰਦੁਆਰੇ ਆ ਗਏ, ਉਹਨੇ ਗੱਲਾਂ ਉੱਥੇ ਉਵੇਂ ਦੀਆਂ ਹੀ ਕਰਨੀਆਂ ਨੇ। ਹੰਸਾਂ ਵਿੱਚ ਬੈਠਾ ਬਾਗਣਾ ਬਣਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਜੋੜ ਕਦੇ ਨਾ ਆਵੇ। ਬੱਗਾ ਕਦੇ ਮਿਲ ਹੀ ਨਹੀਂ ਸਕਦਾ। ਬਾਹਰੋਂ ਭਾਵੇਂ ਵਿਖਾਵਾ ਤਾਂ ਉਹਦਾ ਧਰਮੀਆਂ ਵਾਲਾ ਹੈ, ਬਾਹਰੋਂ ਤਾਂ ਲੱਗ ਰਿਹਾ ਬੜਾ ਸੋਹਣਾ, ਬਾਹਰੋਂ ਤਾਂ ਚਿੱਟੇ ਕੱਪੜੇ ਪਾਏ ਨੇ, ਸੋਹਣੀ ਦਸਤਾਰ ਬੰਨੀ ਹੈ, ਸੋਹਣੇ ਕਕਾਰ ਪਹਿਨੇ ਹੋਏ ਨੇ, ਚੋਲਾ ਪਾਇਆ ਹੋਇਆ ਹੈ, ਪਰ ਪਤਾ ਉਹਦਾ ਵਿਚਾਰਾਂ ਤੋਂ ਲੱਗ ਜਾਣਾ ਕਿ ਆਹ ਬਗਲਾ ਹੈ ਅਤੇ ਆਹ ਹੰਸ ਹੈ। ਕਿਹੜਾ ਇੱਥੇ ਮੋਤੀ ਚੁਗਣ ਆਇਆ ਅਤੇ ਕਿਹੜਾ ਇੱਥੇ ਸ਼ਿਕਾਰ ਕਰਨ ਆਇਆ, ਪਤਾ ਤਾਂ ਲੱਗ ਹੀ ਜਾਣਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਹੰਸਾਂ ਨੇ ਤਾਂ ਮੋਤੀ ਚੁਗਣਾ ਹੈ। ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰ 'ਤੇ ਆਉਂਦੇ ਨੇ, ਉਹਨਾਂ ਨੇ ਤਾਂ ਮੋਤੀ ਚੁਗਣੇ ਨੇ, ਉਹਨਾਂ ਨੇ ਤਾਂ ਹੀਰੇ ਚੁਗਣੇ ਨੇ, ਉਹਨਾਂ ਨੇ ਤਾਂ ਮੱਤ ਵਾਸਤੇ ਸੋਹਣੇ ਸੋਹਣੇ ਗੁਣ ਗ੍ਰਹਿਣ ਕਰਨੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਕੋ ਗੁਰ ਕੀ ਸਿੱਖ ਸੁਣੀ। ਉਹਨਾਂ ਨੇ ਤਾਂ ਗੁਰੂ ਦੀ ਸਿੱਖਿਆ ਸੁਣ ਕੇ ਮੋਤੀਆਂ ਵਰਗੇ ਗੁਣ, ਚੰਗੀ ਸਿੱਖਿਆ ਲੈਣੀ ਹੈ। ਹੰਸਾਂ ਹੀਰਾ ਮੋਤੀ ਚੁਗਣਾ। ਅੱਗੇ ਕਹਿੰਦੇ ਬੱਗ ਡੱਡਾਂ ਭਾਲਣ ਜਾਵੇ, ਕਹਿੰਦੇ ਬਗਲਾ ਜਿਹੜਾ ਉਹ ਡੱਡੀਆਂ ਭਾਲਣ ਜਾਂਦਾ ਹੈ। ਉਹਨੇ ਤਾਂ ਭਾਵੇਂ ਛੱਪੜ 'ਤੇ ਬੈਠਾ ਹੋਵੇ, ਭਾਵੇਂ ਸਰੋਵਰ 'ਤੇ ਚਲਿਆ ਜਾਵੇ, ਉਹਦੇ ਦਿਮਾਗ 'ਚ ਥੋੜ੍ਹੀ ਹੈ ਕਿ ਉੱਥੇ ਜਾ ਕੇ ਅੱਜ ਹੀਰੇ ਖਾਵਾਂਗੇ, ਬੜਾ ਕੁਝ ਹੋ ਗਿਆ ਛੱਪੜ 'ਤੇ, ਉਹਨੇ ਤਾਂ ਸਰੋਵਰ 'ਤੇ ਜਾ ਕੇ ਵੀ ਉਹ ਜਿਹਾ ਕੁਝ ਹੀ ਲੱਭਣਾ ਜਿਹੜਾ ਉਹਦਾ ਖਾਣਾ ਹੈ। ਸਤਿਗੁਰੂ ਜੀ ਕਹਿੰਦੇ ਉੱਡਰਿਆ ਵਿਚਾਰਾ ਬਗਲਾ, ਮਤ ਹੋਵੇ ਮੰਜ਼ਿਲ ਖਾਵੇ। ਅਤੇ ਕਹਿੰਦੇ ਫਿਰ ਬੈਠਾ ਬੈਠਾ ਬਗਲਾ ਕਹਿੰਦੇ ਹੰਸਾਂ ਦੀ ਡਾਰ ਵਿੱਚੋਂ ਉੱਡ ਜਾਂਦਾ, ਕਿਤੇ ਮੇਰਾ ਬਾਜ਼ ਹੀ ਨਾ ਖੁੱਲ੍ਹ ਜਾਵੇ। ਕਿਉਂਕਿ ਜਿੱਥੇ ਸੱਚ ਦੀ ਵਿਚਾਰ ਹੋਵੇ ਉੱਥੇ ਬਗਲਾ ਆ ਕੇ ਬੈਠ ਥੋੜ੍ਹੀ ਸਕਦਾ, ਜਿੱਥੇ ਸੱਚ ਦੀ ਵਿਚਾਰ ਹੋਵੇ ਉੱਥੇ ਝੂਠਾ ਕਦੇ ਟਿਕ ਨਹੀਂ ਸਕਦਾ, ਜਿੱਥੇ ਸੱਚ ਵਰਤਦਾ ਹੋਵੇ। ਅਤੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਸਰਵਰ ਰਤਨੀ ਭਰਪੂਰੇ ਸਰੋਵਰ, ਮਤਲਬ ਸਤਿਗੁਰੂ ਸਰੋਵਰ ਦੇ ਵਿੱਚ ਬੜੇ ਰਤਨ ਨੇ, ਭਰਪੂਰ ਭਰੇ ਪਏ ਹੋਏ ਨੇ। ਜਿਸ ਪ੍ਰਾਪਤ ਸੋ ਪਾਵੈ, ਜਿਹੜਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਪਾ ਲੈਂਦਾ ਹੈ। ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕੈ ਹੁਕਮ ਨਾਵੈ। ਸਿੱਖ ਹੰਸ ਮਤਲਬ ਜਿਹੜੇ ਸਿੱਖ ਨੇ, ਗੁਰੂ ਦੇ ਸਿੱਖ ਨੇ, ਉਹਨਾਂ ਨੂੰ ਹੰਸ ਕੇ ਆਏ। ਸਿੱਖ ਹੰਸ ਸਰਵਰ ਇਕੱਠੇ, ਸਤਿਗੁਰੂ ਸਰੋਵਰ ਦੇ ਉੱਤੇ ਇਕੱਠੇ ਹੋ ਕੇ ਮੋਤੀ ਚੁਗਣੇ ਨੇ। ਇਹਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਆਹ ਹੈ ਬਗਲੇ ਵਾਲੀ ਗੱਲ, ਅਤੇ ਆਹ ਹੈ ਹੰਸ ਬਗਲਾ ਹੈ, ਚਤਰਾਈਆਂ ਦੇ ਨਾਲ ਰੱਬ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਚਤਰਾਈਆਂ ਦੇ ਨਾਲ ਲੋਕਾਂ ਨੂੰ ਵਰਗਲਾਉਂਦਾ ਹੈ ਕਿ ਲੋਕ ਮੈਨੂੰ ਵੀ ਕਹਿਣ ਬੜਾ ਸੋਹਣਾ ਹੈ, ਬਾਹਰੋਂ ਚਿੱਟਾ ਲਿਖਦਾ ਹੈ, ਅੱਖਾਂ ਬੰਦ ਕਰਕੇ ਸਮਾਧੀ ਲਾਉਂਦਾ ਹੈ। ਪਰ ਸ਼ਿਕਾਰ ਕਰਨ ਦੀ ਤਾੜ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਦੇ ਵੀ ਤੇਰਾ ਜੋੜ ਆ ਹੀ ਨਹੀਂ ਸਕਦਾ, ਇਹ ਚਤਰਾਈਆਂ ਛੱਡ ਦੇ। ਬੜੇ ਤਰੀਕੇ ਅਪਣਾਏ ਸੀ ਇਹਨਾਂ। ਪੜ੍ਹ ਪੁਸਤਕ ਸਦਿਆਂ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਕਹਿੰਦੇ ਸਿਲ ਪੂਜਸ ਬਗਲ ਸਮਾਦੰ, ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਪੱਥਰ ਦੀ ਪੂਜਾ ਕਰਦਾ। ਲੋਕਾਂ ਨੂੰ ਲੱਗਦਾ ਬੜਾ ਧਰਮੀ ਹੈ, ਬੈਠਾ ਹੈ, ਪਰ ਆੜ ਤਾਂ ਕੁਝ ਉਹਦੀ ਹੋਰ ਹੈ। ਬੜਾ ਲੱਗਦਾ ਹੈ ਅੱਖਾਂ ਬੰਦ ਕਰਕੇ ਸੁਣ ਰਿਹਾ ਕੀਰਤਨ, ਗੁਰਬਾਣੀ ਪੜ੍ਹ ਰਿਹਾ ਹੈ, ਪਰ ਆੜ ਤਾਂ ਕੁਝ ਹੋਰ ਹੈ। ਬੜੇ ਨੇ ਇੱਥੇ ਦੁਨੀਆ ਦੇ ਅੰਦਰ ਜਿਨ੍ਹਾਂ ਨੂੰ ਲੋਕਾਂ ਨੇ ਸਿਰ 'ਤੇ ਬਹਾਇਆ, ਜਿਨ੍ਹਾਂ ਨੂੰ ਕਿਹਾ ਬੜੇ ਧਰਮੀ ਨੇ, ਅੱਖਾਂ ਬੰਦ ਕਰਕੇ ਬੈਠੇ ਰਹੇ ਨੇ, 7-7 ਘੰਟੇ ਚੌਂਕੜੇ ਮਾਰ ਲੈਂਦੇ ਨੇ। ਉਹ ਐਵੇਂ ਨਹੀਂ ਚੌਂਕੜੇ ਵੱਜਦੇ, ਅਗਲੇ ਵੇਖਦੇ ਨੇ ਕਿ ਲੋਕ ਆਉਣ ਤਾਂ ਹੀ ਸਾਡਾ ਜਿਹੜਾ ਤੋਰੀ ਫੁਰਕਾ ਚੱਲਦਾ ਹੈ। ਅਗਲੇ ਰੋਟੀ ਵਾਸਤੇ ਕਰਦੇ ਨੇ, ਢਿੱਡ ਭਰਨ ਵਾਸਤੇ ਕਰਦੇ ਨੇ, ਰੱਬ ਦੇ ਨਾਂ 'ਤੇ ਠੱਗੀਆਂ ਢਿੱਡ ਭਰਨ ਵਾਸਤੇ ਕਰਦੇ ਨੇ ਲੋਕ। ਬਗਲੇ ਦੀ ਤਰ੍ਹਾਂ ਸਮਾਧੀ ਲਾਉਂਦੇ ਨੇ, ਢਿੱਡ ਆਪਦਾ ਭਰਨਾ ਕਿ ਲੋਕ ਕਹਿ ਦੇਣ ਕਿਤੇ ਗੁਰਮੁਖ ਜਾਣਨੇ, ਕਦੇ ਵੀ ਨਹੀਂ। ਸੱਚ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦੇ ਨੇ। ਹੁਣ ਇੱਕ ਗੱਲ ਸਮਝੋ, ਸਤਿਗੁਰੂ ਜੀ ਨੇ ਸਾਡੀਆਂ ਅੱਖਾਂ ਖੋਲ੍ਹੀਆਂ ਨੇ ਨਾ, ਜਾਂ ਬੰਦ ਕਰਨੀਆਂ ਸਿਖਾਈਆਂ ਨੇ। ਸਾਡੀਆਂ ਅੱਖਾਂ ਖੋਲ੍ਹੀਆਂ ਨੇ, ਸਾਨੂੰ ਸਿਆਣੇ ਕੀਤਾ ਹੈ ਕਿ ਵੇਖ ਦੁਨੀਆ ਦੇ ਅੰਦਰ ਕੀ ਕੁਝ ਵਾਪਰਿਆ। ਅੱਖਾਂ ਖੋਲ੍ਹ ਕੇ ਵੇਖ, ਸੁਰਤ ਦੀਆਂ ਅੱਖਾਂ ਵੀ ਖੋਲ੍ਹ, ਵੇਖ ਕੀ ਕੁਝ ਵਾਪਰ ਰਿਹਾ। ਪਰ ਇੱਥੇ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੇ ਸਾਨੂੰ ਅੱਖਾਂ ਬੰਦ ਕਰਕੇ ਕਮਰਿਆਂ 'ਚ ਬਿਠਾਉਣਾ ਸ਼ੁਰੂ ਕੀਤਾ ਕਿ ਅੱਖਾਂ ਬੰਦ ਕਰਕੇ ਬੈਠੇ ਰਹੋ, ਜਿਹੜਾ ਕੁਝ ਹੁੰਦਾ ਹੈ ਰੱਬ ਨੇ ਕਰਨਾ। ਕੱਲ੍ਹ ਆਪਾਂ ਵਿਚਾਰਕ ਸਮਝ ਰਹੇ ਸਨ ਕਿ ਰੱਬ ਨੇ ਕਰਾਉਣਾ ਸਾਡੇ ਤੋਂ ਹੈ, ਰੱਬ ਨੇ ਖੁਦ ਨਹੀਂ ਆ ਜਾਣਾ, ਉਹਨੇ ਸਾਡੇ ਵਿੱਚ ਜ਼ਰੂਰਤ ਪੈਦਾ ਕਰਨੀ ਹੈ, ਸਾਡੇ ਤੋਂ ਕਰਾਉਣਾ ਹੈ। ਜੇ ਬੰਦਾ ਕਹੀ ਜਾਵੇ ਰੱਬ ਦਾ ਕੀਤਾ ਹੋਇਆ, ਜਿਹੜੇ ਕਰ ਰਹੇ ਨੇ ਆਪੇ ਭਰਨਗੇ, ਨਹੀਂ ਭਰਨਗੇ ਜ਼ਰੂਰ, ਪਰ ਜੇ ਰੱਬ ਵਾਲੇ ਗੁਣ ਤੂੰ ਲੈ ਕੇ ਆਵੇਂ ਤਾਂ ਭਰਨਗੇ ਜ਼ਰੂਰ। ਤੇਰੇ ਅੰਦਰੋਂ ਵੇਖਣਾ ਚਾਹੁੰਦੇ ਨੇ, ਤੂੰ ਵਿਖਾ।
कि तू भी रब की दिती हुई दात है, तू भी रब ने पैदा किया, तू अपने अंदर जुरत विखा। रब नूं अपने अंदरों वेख्या जा सकता है, ना कि किते होर किते दुनियावी चीज़ों विच कदे भी नहीं। कहते सिल पूज सबगल समादंग, मूर्ति पूजदा है बगली की तरह समाधि ला के। मुख झूठ बभूखण सारंग, कहते मुखों झूठ बोलदा है, बड़े सोहने तरीके दे नाल झूठ बोल के ना लोकां नूं सच लगदा है, लोकां नूं झूठ बोलदा है, लोकां नूं झूठ बोल बोल के तू बड़ा लुट लिया, अपना ढिड भरदा है, लोकां नूं भुलेखिਆਂ विच पाउंदा, लोकां नूं नरक सुरग दे चक्करां विच पा के, लोकां नूं रब मिलण दे तरीके, लोकां नूं पुठियां सीधियां समाधियां करके बरगला के तू अपना ढिड भरदा है। मुख झूठ भभूखण सारंग, त्रैपाल तिहाल विचारंग, कहते बड़े मंत्र पढ़दा है, कदे भी तेरा ये पार होने वाला नहीं। गल माला तिलक लिलाटन, गल विच माला पाई हुई है, तिलक लग्या होया है तेरे मत्थे दे उत्ते। कहते दो धोती वस्त्र कपाटंग, दो धोतियां भी रखदा है नाल, ते सिर टाके भी रखदा है। बड़े तरीके दे नाल सतगुरु जी ने गल कीती, बड़ा धर्मी लगदा है तू। ये पुजारी वर्ग सी ना जिहड़ा फैलिया होया सी, लोकां नूं भुलेखिਆਂ विच पा रिहा सी। हुण इह गल नूं जदों ला के वेखांगे हरेक दे लईए, किते आ चीज़ां साडे विच तां नहीं आ गईयां, साडे विच तां नहीं आ गईयां किते। गल माला तिलक लिलाटंग, सतगुरु जी कहते गल विच माला पा के तू तां लोकां नूं, हुण आ माला वाली गल है सतगुरु जी रद्द कर रहे हैं। हुण आपां कित्थों मंन लईए कि आ माला साडे विचों है। उहनूं तां सतगुरु जी ने कह दिता कि माला पा के तू विखावा करदा, माला नाल थोड़ी रब मिलना है। गल माला तिलक लिलाटंग, मत्थे ते तिलक ला के रब थोड़ी मिल जाना है। तू दो धोती वस्त्र कपाटंग, जे जानस ब्रह्मंग कर्मंग, सब फोकट निश्चो कर्मंग। पर जे रब कहते कि जे ये बंदा रब की सिफत सलाह जानता होवे, सब फोकट निश्चो पावै, कहते फिर इनू पता लग जाना है कि ਜਿਹੜੇ ਕੰਮ ਕਰਨ वाले ने वो काम करिए ਤਾਂ रब नूं मिलिया जा सकता है, जे ਇਹਦੀ सुरत बुद्ध चंगी होवे, नहीं तो ये विखावा कर रहे, बड़े तरीके अपना रहा है। ये मन चंचला चतराई किने ना पाया, चतराइयां दे नाल रब नहीं पाया जा सकता। तू छड्ड दे सारा कुछ, रहन दे, तू नहीं प्राप्त कर सकता। जिन्हों कबीर साहब जी ने ये भी गल कही सी, क्या जप क्या तप, की जपदा है की तपदा है। जपना मतलब बड़े धार्मिक ग्रंथों का पाठ करना, बड़ा कुछ करना, पाठ तक सीमित सतगुरु जी ने कदे नहीं रखिया। कहते उहदी गल नूं कमा, क्या जप क्या तप क्या व्रत पूजा, की व्रत रखदा है, की तू पूजा करदा है। जाके हृदय भाव है दूजा, जे मन दे विच आस ही कोई होर लाई बैठा है, की फायदा जपण दा, की फायदा तपण दा, की फायदा व्रत रखे दा, की फायदा तेरी पूजा कीती दा। जाके हृदय भाव है दूजा, जे मन ही शुद्ध नहीं, जे मन ही पवित्र नहीं, मन दे विच आस ही कोई पराई है। जाके हृदय, हृदय मतलब हृदय भाव है दूजा, किसी होर दी आस है, माया दी आस है, कोई लालच है मन विच, लोकां दी चतराई खटण दी लालसा है। की फायदा तेरे जप तप दा, रहन दे तू, तैथों नहीं होना, छड्ड दे। ये तां जिहड़ा है इत्थे तां सच्चे हिरदियां वाले प्रवान ने। ते सतगुरु जी कहंदे ने, भगत कबीर साहब जी रहाऊ वाले बंद दे विच गल दसदे ने, कहंदे जे रब नूं मिलना है ना रे मन रे जन हे भाई, मन माधो सिओ लाइए, मन नूं ला माधो दे नाल, ना किते तन दे नाल। तन नाल रब नहीं मिलना, किते तू तन नूं साधी जावें कि तन किते रब नाल जावड़ेगा। और तन मेरा बड़ा पवित्र है, बड़ा पवित्र। इत्थे दुनिया दे विच ना तुसीं वेखिओ जिहड़े पवित्र दी व्याख्या करदे ने, बड़े ने लोक इत्थे, बड़े हत्थां विच रुमाल चढ़ा के जां गल विच जिहड़े परने पाए ने, बड़े उन्हां दे नाल सहजे सहजे कपड़ा लै के कोई चीज़ फड़नी होवे, किसे नूं मिलाउणा, बड़ा कुछ करदे ने कि किते असीं झूठे ना हो जाइए, हत्थ ना साडे गंदे हो जाण। इहो जे विखावे पवित्रता दे करदे ने। सतगुरु जी कहंदे हरे जन मन माधो सिओ लाइए, मन नूं साफ कर लै। दुनिया दे अंदर तां कोई चीज़ पवित्र है ही नहीं, सारा कुछ झूठा है। जिहड़ा है वो तू अपना मन पवित्र कर सकदा है। जे जन मन माधो सिओ लाइए, चतराई ना चतुरभुज पाइए। चतुराइयां दे नाल वो परमात्मा है जिहड़ा चतुरभुज, परमात्मा कदे मिल नहीं सकता। रे जन मन माधो सिओ लाइए, चतराई ना चतुरभुज पाइए। चतराइयां दे नाल रब नहीं मिल सकता। सतगुरु जी कहंदे ए मन चंचला
ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਹਿੰਦਾ ਤੂੰ ਸੁਣ ਮਨ ਮੇਰਿਆ। ਹੀ ਮੇਰੇ ਮਨ ਚਤਰਾਈਆਂ ਦੇ ਨਾਲ ਕਦੇ ਵੀ ਨਹੀਂ ਪਾਇਆ ਜਾ ਸਕਦਾ। ਆਪਣਾ ਜਿਹੜਾ ਮਨ ਹੈ ਉਹ ਉਸ ਪਰਮਾਤਮਾ ਦੇ ਨਾਲ ਜੋੜ ਲਈ। ਹੇ ਮਨ ਕਿਆ ਕਰੋ ਕਿ ਹੇ ਮਨ ਤੂੰ ਰੱਬ ਦੇ ਨਾਲ ਜੁੜ, ਸੱਚੇ ਵਾਲੇ ਪਾਸੇ। ਸਿਰਫ ਤਨ ਨਹੀਂ, ਮਨ ਵੀ ਜ਼ਰੂਰੀ ਹੈ। ਤਨ ਮਨ ਧਨ ਦੇ ਨਾਲ ਸੇਵਾ ਜ਼ਰੂਰੀ ਹੈ। ਮਨ ਦੀ ਸੇਵਾ ਹੈ ਭਾਵ ਗੁਰੂ ਦੀ ਗੱਲ ਨੂੰ ਸੱਤ ਕਰਕੇ ਮੰਨ ਲੈਣਾ, ਮਨ ਨਾਲ ਸੇਵਾ ਹੈ। ਤਨ ਦੀ ਸੇਵਾ ਤਾਂ ਅਸੀਂ ਹਰ ਰੋਜ਼ ਕਰਦੇ ਹਾਂ, ਇਹ ਹੈ ਤਨ ਮਨ ਧਨ ਦੀ ਸੇਵਾ। ਚਤਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਜਿਹੜੀ ਮਾਇਆ ਦੇ ਵਿੱਚ ਪਿਆ ਹੋਇਆ ਇਹ ਵੀ ਰੱਬ ਨੇ ਪੈਦਾ ਕੀਤੀ ਹੋਈ ਹੈ, ਪਰ ਇਹਦੇ ਵਿੱਚੋਂ ਬਚਿਆ ਜਾ ਸਕਦਾ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਸਾਰਾ ਭਰਮ ਜਿਹੜਾ ਪਿਆ ਹੋਇਆ ਹੈ, ਜਿਹੜਾ ਸੰਸਾਰ ਭੁਲੇਖਿਆਂ ਵਿੱਚ ਪਿਆ ਹੋਇਆ ਹੈ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਨ ਠਗੌਲੀ ਪਾਈਆ। ਕਹਿੰਦੇ ਪਰਮਾਤਮਾ ਨੇ ਪੈਦਾ ਕੀਤੀ ਹੈ, ਪਰ ਕਹਿੰਦੇ ਜਿਸ ਪ੍ਰਭੂ ਨੇ ਮਾਇਆ ਦੇ ਮੂੰਹ ਦੀ ਜੀਵਾਂ ਨੂੰ ਜਿਹੜੀ ਬੂਟੀ ਹੈ, ਠੱਗ ਬੂਟੀ ਹੈ, ਚੰਬੇੜੀ ਹੋਈ ਹੈ, ਇਹ ਸਾਰੀ ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ। ਇਹ ਮੋਹਣੀ ਮਾਇਆ ਹੈ ਜਿਹੜੀ ਉਸ ਰੱਬ ਦੀ ਪੈਦਾ ਕੀਤੀ ਹੋਈ। ਇਹ ਨਹੀਂ ਕਿ ਇਹਦੇ 'ਚੋਂ ਕੋਈ ਬਚ ਨਹੀਂ ਸਕਦਾ, ਬਚਿਆ ਜਾ ਸਕਦਾ, ਇਹਦਾ ਇਲਾਜ ਵੀ ਹੈ। ਕਿਉਂਕਿ ਜਿਵੇਂ ਦੇ ਬੰਦਾ ਕਰਮ ਕਰੇਗਾ, ਇੱਕ ਅਕਾਲ ਪੁਰਖ ਪਰਮਾਤਮਾ ਦਾ ਨਿਯਮ ਕਹਿੰਦਾ ਕਿ ਉਹ ਜਿਹਾ ਕੰਮ ਸਾਰਾ ਹੈ ਜਿਹੜਾ ਉਹਦਾ ਫਲ ਪ੍ਰਾਪਤ ਕਰੇਗਾ। ਜੇ ਬੰਦਾ ਮਾੜਾ ਕੰਮ ਵੀ ਕਰ ਰਿਹਾ ਨਾ, ਉਹ ਵੀ ਉਹਦੇ ਪਾਣੇ ਵਿੱਚ ਹੈ, ਕਿਉਂਕਿ ਉਹਦੀ ਸੁਰਤ ਬੰਦੇ ਦੀ ਇਹ ਆ, ਉਹ ਜਿਹੜਾ ਕੁਝ ਕਰੇਗਾ ਪਾਣੇ ਵਿੱਚ ਹੈ। ਜੇ ਪਾਣੇ ਦੇ ਵਿੱਚ ਹੀ ਰਹਿ ਕੇ ਉਹਦਾ ਫਲ ਮਿਲੇਗਾ ਜ਼ਰੂਰ। ਹਰੇਕ ਚੀਜ਼ ਨਿਯਮ ਦੇ ਵਿੱਚ ਆ ਰਹੀ ਹੈ, ਜਿਹੜਾ ਕੁਝ ਹੋ ਰਿਹਾ ਨਿਯਮ ਦੇ ਵਿੱਚ ਹੋ ਰਿਹਾ ਹੈ। ਜਿਵੇਂ ਦਾ ਕੰਮ ਕਰੇਗਾ ਬੰਦਾ ਉਹ ਜਿਹਾ ਫਲ ਮਿਲੇਗਾ। ਹੁਣ ਦੇਖੋ, ਬੰਦੇ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਮੋਟਰਸਾਈਕਲ ਨਹੀਂ ਚਲਾਉਣਾ ਆਉਂਦਾ, ਪਰ ਉਹ ਪੰਗੇ ਲੈ ਰਿਹਾ, ਚਲਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਉਹਦਾ ਨਤੀਜਾ ਤਾਂ ਇਹੀ ਹੈ ਕਿ ਐਕਸੀਡੈਂਟ ਹੋਵੇਗਾ ਪੱਕਾ। ਹੁਣ ਨਿਯਮ ਦੇ ਵਿੱਚ ਤਾਂ ਇਹੀ ਹੈ ਕਿ ਜਿਵੇਂ ਦਾ ਉਹਨੇ ਕੰਮ ਕੀਤਾ ਉਹਦਾ ਫਲ ਮਿਲੇਗਾ। ਹੁਣ ਬੱਚਾ ਜੇ ਪੜ੍ਹਾਈ ਨਹੀਂ ਕਰ ਰਿਹਾ, ਸਕੂਲ ਦਾ ਨਿਯਮ ਇਹ ਕਹਿੰਦਾ ਹੈ ਕਿ ਜੇ ਨਹੀਂ ਪੜ੍ਹੇਗਾ ਫੇਲ ਹੋਵੇਗਾ। ਹੁਣ ਦੱਸੋ ਉਹ ਸਕੂਲ ਦਾ ਦੋਸ਼ ਹੈ ਜਾਂ ਬੱਚੇ ਦਾ ਦੋਸ਼? ਬੱਚੇ ਦਾ ਦੋਸ਼ ਹੈ, ਸਕੂਲ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹਦਾ ਨਤੀਜਾ ਉਹੀ ਹੈ। ਜਿਹੋ ਜਿਹੇ ਕੰਮ ਕਰੇਗਾ ਉਹਦਾ ਫਲ ਮਿਲੇਗਾ। ਰੱਬੀ ਕਾਨੂੰਨ ਵੀ ਇਵੇਂ ਦਾ ਹੈ, ਜਿਹੜਾ ਕੁਝ ਕੰਮ ਕਰ ਰਿਹਾ ਹੈ ਉਹਦਾ ਨਿਯਮ ਜਿਹੜਾ ਹੈ ਉਹ ਪਰਪੱਕ ਰਹੇਗਾ, ਉਹਦਾ ਫਲ ਮਿਲੇਗਾ ਜ਼ਰੂਰ। ਅਤੇ ਸਤਿਗੁਰੂ ਜੀ ਕਹਿੰਦੇ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਨ ਠਗੌਲੀ ਪਾਈ ਆ। ਜਿਹੜੇ ਪ੍ਰਮਾਤਮਾ ਨੇ ਪੈਦਾ ਕੀਤੀ ਹੋਈ ਹੈ ਇਹ ਉਹਦੇ ਵੱਸ ਵਿੱਚ ਹੈ, ਅਤੇ ਪਰ ਜੀਵ ਤਾਂ ਉਸ ਰੱਬ ਦੇ ਨਾਲ ਜੁੜ ਕੇ ਇਹ ਤੋਂ ਨਿਕਲ ਸਕਦਾ ਹੈ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਕਹਿੰਦੇ ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ ਉਸ ਪ੍ਰਭੂ ਤੋਂ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੋਇਆ, ਤਦੋਂ ਇਹ ਮਿੱਠਾ ਮੋਹ ਮੁੱਕਦਾ ਹੈ। ਕਹਿੰਦੇ ਮਾਇਆ ਦੇ ਨਾਲ ਜੁੜਨ ਦੀ ਬਜਾਏ ਤੁਸੀਂ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਵੋ। ਇਹ ਜਿਹੜਾ ਮਿੱਠਾ ਮੋਹ ਹੈ ਨਾ, ਮਾਇਆ ਦਾ ਮੋਹ ਹੈ, ਇਹਨੇ ਟੁੱਟ ਜਾਣਾ ਹੈ, ਨਿਕਲ ਜਾਣਾ ਹੈ। ਪਰ ਰੱਬ ਨਾਲ ਜੁੜ। ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਏ ਮੇਰੇ ਮਨ। ਕਦੇ ਵੀ ਚਤਰਾਈਆਂ ਦੇ ਨਾਲ ਧਾਰਮਿਕ ਵਿਖਾਵੇ ਕਰਕੇ ਲਿਬਾਸ ਪਹਿਨ ਕੇ ਰੱਬ ਨਹੀਂ ਮਿਲ ਸਕਦਾ। ਰੱਬ ਸਿਰਫ ਤੇ ਚੰਗੀ ਮੱਤ ਅਤੇ ਨਿਰਮਲ ਕਰਮ ਕਰਕੇ, ਨਿਸ਼ਕਾਮ ਸੇਵਾ ਦੇ ਨਾਲ, ਕੋਈ ਆਸ ਨਾ ਰੱਖਣੀ ਕਿ ਲੋਕਾਂ ਦੀ ਚਤਰਾਈ ਮਿਲੇ, ਲੋਕ ਮੈਨੂੰ ਵੇਖਣ, ਲੋਕ ਕਹਿਣ ਬੜਾ ਧਰਮੀ ਹੈ। ਆਹ ਨਿਸ਼ਕਾਮ ਸੇਵਾ ਹੈ ਨਾ, ਇਹ ਕਰਿਆ ਕਰ ਕਿ ਰੱਬ ਨੂੰ ਸਿਰਫ ਪਤਾ ਹੈ। ਹੋਰ ਦੁਨੀਆ ਦੇ ਅੰਦਰ ਤੂੰ ਵਿਖਾਵਾ ਨਾ ਕਰੇ, ਭਾਵੇਂ ਸੇਵਾ ਕਰੇ, ਭਾਵੇਂ ਦਾਨ ਪੁੰਨ ਕਰੇ, ਭਾਵੇਂ ਚੰਗੇ ਕੰਮ ਕਰੇ, ਬਸ ਉਹ ਤੇਰੇ ਲੇਖੇ ਲੱਗ ਜਾਣ। ਵਿਖਾਵਾ ਨਾ ਕਰੀ, ਹੰਕਾਰ ਨਾ ਕਰੀ, ਨਹੀਂ ਤਾਂ ਉਹ ਸਾਰੇ ਵਿਅਰਥ ਜਾਣਗੇ, ਸਾਰੇ ਵਿਅਰਥ ਜਾਣਗੇ। ਅਤੇ ਸਤਿਗੁਰੂ ਜੀ ਕਹਿੰਦੇ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ। ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਹਨੇ ਏਤ ਭਰਮ ਭੁਲਾਇਆ। ਇਹ ਸੰਸਾਰ ਭੁਲੇਖਿਆਂ ਵਿੱਚ ਪਿਆ ਹੋਇਆ, ਪਰ ਨਿਕਲਿਆ ਜਾ ਸਕਦਾ ਉਸ ਰੱਬ ਦੇ ਨਾਲ ਜੁੜ ਕੇ। ਦਾਤਾ ਰਹਿਮਤ ਕਰੇ, ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣ ਯੋਗ ਨੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੇਰੇ ਜੋ ਪਦ ਨੇ ਉਹਨਾਂ ਦੀ ਵਿਆਖਿਆ ਆਪਾਂ ਆਉਂਦੇ ਸਮੇਂ ਵਿੱਚ ਸਮਝਣ ਦਾ ਯਤਨ ਕਰਾਂਗੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।